ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਨ ਸਕੈ ਮਹਿਮਾ ਜੋ ਤੁਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਨੇ। ਨਿਤਨੇਮ ਦੀਆਂ ਅਮੋਲਕ ਦਾਤਾਂ ਬਖਸ਼ੀਆਂ ਨੇ। ਸਤ ਸੰਗਤ ਦੇ ਮਹਾਨ ਕੁੰਭ ਦਾਤੇ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਏ ਆ ਭਾਈ। ਜਿੰਨੀਆਂ ਵੀ ਸੰਗਤਾਂ ਸਮੇਂ ਦਾ ਲਾਹਾ ਲੈਂਦੇ ਹੋਏ ਆਪ ਜੀ ਅਕਾਲ ਪੁਰਖ ਪ੍ਰਮਾਤਮਾ ਦੀ ਵਾਹਿਗੁਰੂ ਦੀ ਯਾਦ ਦੇ ਵਿੱਚ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਵੱਡਿਆਂ ਕਰਮਾਂ ਵਾਲਿਓ ਜੋ ਆਪਣੇ ਮਿਲੇ ਹੋਏ ਮਨੁੱਖਾ ਜਨਮ ਨੂੰ, ਸਵਾਸਾਂ ਨੂੰ, ਆਪਣੇ ਸਮੇਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰਦੇ ਹਾਂ। ਸੁਭਾਓ ਪ੍ਰੇਮੀਓ, ਸਤਿਗੁਰਾਂ ਦੇ ਬਖਸ਼ੇ ਹੋਏ ਉਦਮ ਦਾ ਸਦਕਾ, ਬਖਸ਼ੇ ਹੋਏ ਸਮੇਂ ਦਾ ਲਾਹਾ ਲਈਏ। ਅਗਾਧ ਬੋਧ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ, ਵਿਚਾਰ ਅੱਗੇ ਕਰੀਏ। ਕੱਲ ਜੋ ਵਿਚਾਰਿਆ ਸੀ ਕਿ ਆਹ ਸੰਸਾਰ ਜਿਹੜਾ ਹੈ ਕਾਲਖ ਦੀ ਕਾਲੀ ਸ਼ਾਹੀ ਦੀ ਕੋਠੀ ਆ। ਜਿਵੇਂ ਕਹਿੰਦੇ ਸੁਰਮੇ ਦੀ ਕੋਠੜੀ ਜਿਹੜੀ ਹੁੰਦੀ ਆ ਨਾ, ਉਹਦੇ ਵਿੱਚ ਪੈ ਕਰਕੇ ਸਿਰ ਮੂੰਹ ਕਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਵਿਸ਼ੇ ਵਿਕਾਰਾਂ ਪਾਪਾਂ ਦੀ ਕਾਲਖ ਦਾ ਭਰਿਆ ਹੋਇਆ। ਇਹਨਾਂ ਵਿਸ਼ਿਆਂ ਨਾਲ
ਲੱਗ ਕੇ ਸਰੀਰ ਵੀ ਸੁਆਹ ਹੋ ਜਾਂਦਾ ਹੈ, ਮਨ ਵੀ ਕਾਲਾ ਹੋ ਜਾਂਦਾ ਹੈ। ਇਸ ਕਰਕੇ ਲਾਹਨਤਾਂ ਦੀ ਸੁਆਹ ਪੈਂਦੀ ਹੈ। ਬਚਿਆ ਕੌਣ ਹੈ? ਬਚਾ ਕਿਹਦਾ ਹੋਇਆ? ਤੇ ਸਤਿਗੁਰ ਕਹਿੰਦੇ ਆ ਜੀ, ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ। ਜਿਨ੍ਹਾਂ ਦੇ ਗੁਰੂ ਸਾਹਿਬ ਜੀ ਰਾਖੇ ਨੇ, ਜਿਨ੍ਹਾਂ ਦੀ ਰੱਖਿਆ ਗੁਰੂ ਕਰਦਾ ਹੈ, ਉਹ ਪੁਰਸ਼ ਜਿਹੜੇ ਨੇ ਇਸ ਸੰਸਾਰ ਦੇ ਵਿੱਚ ਆ ਜੋ ਕੱਜਲ ਦੀ ਕਾਲਖ ਦੀ ਕੋਠੜੀ ਹੈ ਨਾ, ਉਹ ਆ ਕੋਠੜੀ ਵਿੱਚ ਰਹਿੰਦੇ ਨੇ, ਵਿਕਾਰਾਂ ਤੇ ਪਾਪਾਂ ਦੀ ਮੈਲ ਤੋਂ ਸ਼ੁੱਧ ਹੋ ਗਏ ਨੇ, ਰਹਿੰਦੇ ਹਨ ਸੰਸਾਰ ਦੇ ਵਿੱਚ ਹੀ। ਪਰ ਉਹਨਾਂ ਨੂੰ ਆ ਸੰਸਾਰ ਦੀ ਕਾਲਖ ਜਿਹੜੀ ਹੈ, ਮੈਲ ਜਿਹੜੀ ਹੈ, ਉਹ ਨਹੀਂ ਲੱਗਦੀ, ਕਿਉਂਕਿ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਵਿਕਾਰਾਂ ਤੋਂ ਸ਼ਬਦ ਦੁਆਰਾ ਰੱਖਿਆ ਕੀਤੀ ਹੈ। ਭਾਵ ਸ਼ਬਦ ਦੁਆਰਾ ਬਚਾ ਕੇ ਤ੍ਰਿਸ਼ਨਾ ਦੀ ਅਗਨੀ ਜਿਹੜੀ ਹੈ, ਅੱਗ ਜਿਹੜੀ ਹੈ, ਉਹ ਨਿਵਰਤ ਕਰ ਦਿੱਤੀ। ਭਾਵ ਕਾਲ ਦੀ ਅੱਗ, ਮਾਇਆ ਦੀ ਇੱਛਾ ਰੂਪ ਅੱਗ, ਈਰਖਾ ਰੂਪੀ ਅੱਗ, ਗਰਭ ਦੀ ਅੱਗ, ਨਰਕਾਂ ਦੀ ਅੱਗ, ਇਹ ਸਭ ਗੁਰੂ ਨੇ ਮੇਟ ਦਿੱਤੀ ਜੀ। ਨਾਨਕ ਤਰੀਐ ਸਚ ਨਾਮ, ਸਿਰ ਸਾਹਾ ਪਾਤਸ਼ਾਹ। ਗੁਰੂ ਸਾਹਿਬ ਜੀ ਕਹਿੰਦੇ ਆ ਕਿ ਸੱਚੇ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਂਦਾ ਹੈ। ਉਹ ਪਰਮੇਸ਼ਰ ਸ਼੍ਰੋਮਣੀ ਹੈ, ਦੁਨੀਆ ਦੇ ਸ਼ਾਹਾਂ ਕੀ ਸ਼ਾਹੂਕਾਰਾਂ ਦਾ ਵੀ ਪਾਤਸ਼ਾਹ ਬਾਦਸ਼ਾਹ ਹੈ। ਕੁਬੇਰ, ਭੰਡਾਰੀ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਜੋ ਵੀ ਨੇ, ਸਾਰਿਆਂ ਪੂਜਨਿਕਾਂ ਦਾ ਪਾਤਸ਼ਾਹ ਰੂਪ ਹੈ। ਇਸ ਤਰ੍ਹਾਂ ਅਰਜ਼ ਕਰੀਏ ਕਿ ਐ ਮਾਲਕ ਜੀ, ਮੈਂ ਹਰ ਨਾਮ ਨਾ ਵਿਸਰੈ, ਹਰ ਨਾਮ ਰਤਨ ਵੇਸਾਹੁ। ਕਹਿੰਦੇ ਮੈਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਭੁੱਲੇ ਨਾ, ਕਿਉਂਕਿ ਮੈਂ ਸਤਿਗੁਰਾਂ ਦੇ ਕੋਲੋਂ ਹਰੀ ਨਾਮ ਰੂਪੀ ਮਾਣਕ, ਆ ਰਤਨ ਜਿਹੜਾ, ਇਹੀ ਖਰੀਦਿਆ। ਮੈਨੂੰ ਨਾਮ ਰੂਪੀ ਰਤਨ ਦਾ ਹੀ ਭਰੋਸਾ ਵਿਸਾਉ ਹੈ। ਬਾਹਰੋਂ ਜਪਣਾ, ਪੜ੍ਹ ਲੈਣਾ, ਸੁਣਾ ਲੈਣਾ, ਕੁਛ ਹੋਰ ਘਾਟੀ ਆ। ਭਰੋਸਾ ਕਰਨਾ ਬਾਣੀ ਤੇ, ਇਹ ਕੁਛ ਹੋਰ ਹੈ। ਗੱਲ ਸਹਾਰਾ ਲੈਣ ਦੀ ਹੈ, ਭਰੋਸਾ ਕਿ ਆ ਜਿੰਨੀ ਵੀ ਬਾਣੀ ਆ ਨਾ ਭਾਈ, ਇਹ ਦਰਗਾਹੀ ਖਰਚ ਹੈ, ਦਰਗਾਹੀ ਟਿਕਟ ਹੈ। ਵਸਾਓ ਭਰੋਸਾ ਹੈ ਕਿ ਮੇਰਾ ਜੀਵਨ ਦਾ ਬੇੜਾ ਜਿਹੜਾ ਹੈ ਗੁਰੂ ਦੀ ਬਾਣੀ ਦੇ ਨਾਲ ਪਾਰ ਲੰਘਣਾ। ਇਹ ਕਿਸੇ ਕਿਸੇ ਨੂੰ ਚੇਤੇ ਹੈ। ਹੁਣ ਵੇਖ ਹੀ ਰਹੇ ਆ, ਕਲਯੁਗ ਆ, ਸਾਰੀ ਆਪਾਂ ਇਸ ਕਲਯੁਗ ਦੇ ਵਿੱਚ ਆ। ਸਮਾਂ ਕਲਯੁਗ ਦਾ, ਸੋਚ ਹੈ ਬਸ, ਸਾਡੀ ਸੋਚ 'ਚ ਫਰਕ ਆ ਗਿਆ। ਵਿਚਾਰ ਸਾਡੀ ਅੰਦਰ ਦੇ ਫੁਰਨੇ ਜਿਹੜੇ ਨੇ, ਉਹਨਾਂ ਦੇ ਵਿੱਚ ਹੀ ਫਰਕ ਆ ਗਿਆ। ਸੁੱਧ ਸੋਚਣੀ ਖਤਮ, ਕਲਯੁਗ ਸ਼ੁਰੂ। ਇਹ ਨਹੀਂ ਵੀ ਸਭ ਦੀ ਸੋਚ ਹੀ ਕਲਯੁਗੀ ਹੈ, ਪਰ ਬਿਰਲੇ ਨੇ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ, ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ। ਤੇ ਸੱਚ ਤੇ ਤੁਰਨ ਵਾਲੇ ਕਈਆਂ ਨੂੰ ਪਸੰਦ ਨਹੀਂ ਹੁੰਦੇ। ਭਾਵ ਭਰੋਸਾ ਜਿਹੜਾ ਨਾ, ਵਿਸਾਓ ਜਿਹੜਾ ਹੈ, ਉਹ ਬੜਾ ਔਖਾ ਕਰਨਾ।
ਪੁਰਾਣੇ ਸਮਿਆਂ ਦੀ ਗੱਲ ਹੈ, ਸਿਆਣੇ ਨੇ ਜਾਣਦੇ ਨੇ, ਅਨਪੜ੍ਹ ਬੰਦੇ ਵੀ ਨਾ, ਅਨਪੜ੍ਹ ਬੰਦੇ ਉਹਨਾਂ ਨੂੰ ਵੀ ਗੁਰਬਾਣੀ ਚੇਤੇ, ਜ਼ਬਾਨੀ ਯਾਦ। ਪਤਾ ਲੱਗ ਜਾਂਦਾ ਸੀ ਵੀ ਜਿਹੜਾ ਬਾਣੀ ਪੜ੍ਹ ਰਿਹਾ ਸ਼ੁੱਧ ਪੜ੍ਹਦਾ ਜਾਂ ਅਸ਼ੁੱਧ ਪੜ੍ਹਦਾ ਹੈ। ਭਰੋਸਾ। ਅਨਪੜ੍ਹ ਸੀਗੇ ਪਰ ਅੱਜ ਤਕਰੀਬਨ ਸਭ ਪੜ੍ਹੇ ਨੇ, ਸਭ ਪੜ੍ਹੇ ਹੋਏ ਨੇ। ਪਤਾ ਕਿਸੇ ਨੂੰ ਹੈ ਨਹੀਂ ਗੁਰਬਾਣੀ ਦਾ। ਕਿੰਨਾ ਵੱਡਾ ਨਗਰ ਆਪਣਾ, ਕਿੰਨੇ ਕੁ ਪਾਠੀ ਨੇ ਜੀ, ਕਿੰਨਿਆਂ ਕੁ ਘਰਾਂ 'ਚ ਨਿਤਨੇਮ ਹੁੰਦਾ। ਚਲੋ ਇੱਕ ਤਾਂ ਅਨਪੜ੍ਹ ਨੇ, ਅਨਪੜ੍ਹਾਂ ਨੂੰ ਅਜੇ ਜ਼ਿਆਦਾ ਗਿਆਨ ਹੈ, ਤੇ ਪੜ੍ਹੇ ਲਿਖਿਆਂ ਨੂੰ ਕਿਤਾਬੀ ਗਿਆਨ ਹੈ, ਗਿਆਨਾਂ ਸੂ ਬਣੇ ਹੋਏ ਨੇ। ਇਸ ਕਰਕੇ ਵਿਸਾਓ ਜਿਹੜਾ ਨਾ, ਭਰੋਸਾ ਤੱਕਣਾ ਗੁਰੂ ਦਾ, ਗਿਆਨ ਹੋ ਜਾਣਾ, ਬਾਣੀ ਨਾਲ ਹੀ ਬੇੜਾ ਪਾਰ ਲੰਘਣਾ। ਕਿ ਮੈਂ ਹਰ ਨਾਮ ਨਾ ਵਿਸਰੈ। ਕਦੇ ਵੀ ਨਾਮ ਜਿਹੜਾ ਪਰਮੇਸ਼ਰ ਦਾ ਭੁੱਲੋ ਨਾ। ਹਰ ਨਾਮ ਰਤਨ ਵੇ ਸਾਹੋ। ਨਾਮ ਰੂਪੀ ਰਤਨ ਦਾ ਹੀ ਭਰੋਸਾ ਹੈ। ਮਨ ਮੁਖ ਪਉ ਜਲ ਪਚ ਮੂਏ, ਗੁਰਮੁਖ ਤਰੇ ਅਥਾਹੁ। ਜਿਹੜੇ ਮਨ ਦੇ ਹੀ ਆਖੇ ਲੱਗਣ ਵਾਲੇ ਮਨਮੁਖ ਨੇ ਨਾ ਜੀ, ਮਨਮਾਨੀਆਂ ਕਰਨ ਵਾਲੇ ਪੁਰਖ ਨੇ ਜਿਹੜੇ, ਉਹ ਅੰਤ ਨੂੰ ਭੌਜਲ ਪਚ ਮੂਏ। ਕਹੀਏ ਜੀ ਸੰਸਾਰ ਰੂਪੀ ਸਮੁੰਦਰ ਵਿੱਚ ਖਚਤ ਹੋ ਕੇ ਖਿੱਚੇ ਹੀ ਮਰ ਗਏ, ਪਚ ਗਏ ਨੇ, ਮਰ ਰਹੇ ਨੇ। ਜਿਹੜੇ ਗੁਰਮੁਖ ਨਾਮ ਅਭਿਆਸੀ, ਜਿਨ੍ਹਾਂ ਦਾ ਜੀਵਨ ਰੂਪ ਗੁਰੂ ਆ, ਜਿਨ੍ਹਾਂ ਨੇ ਆਪਣਾ ਜੀਵਨ, ਆਪਣੀ ਜ਼ਿੰਦਗੀ ਗੁਰੂ ਦੀ ਬਾਣੀ ਨੂੰ ਮੁੱਖ ਰੱਖ ਕੇ, ਗੁਰੂ ਦੇ ਮੂੰਹ ਤੋਂ ਅੱਜ ਨਿਕਲਣ ਵਾਲੇ ਬਚਨ ਜਿਹੜੇ ਨੇ, ਬਾਣੀ ਜਿਹੜੀ ਹੈ ਪ੍ਰੇਮੀਓ, ਉਸ ਉਪਦੇਸ਼ ਦੁਆਰਾ ਉਹ ਡੂੰਘੇ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ, ਭਾਵ ਮੁਕਤ ਹੋ ਗਏ। ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਸਹਾਰਾ ਬਣਾਇਆ। ਦਰਗਾਹ ਦੀਆਂ ਗੱਲਾਂ, ਸੱਚਖੰਡ ਦੀਆਂ ਗੱਲਾਂ ਐਵੇਂ ਸੌਖੀਆਂ ਸਮਝ ਨਹੀਂ ਆਉਂਦੀਆਂ। ਦੇਖਿਆ ਜਾਏ ਨਾ, ਗਊ ਜੀ ਦੇ ਨਾਲ ਜਦ ਵੇਖਾਂਗੇ, ਤੁਸ਼ ਜਾਪੂਗਾ ਸਾਰਾ ਕੁਛ। ਖੇਡ ਜਿਹੜੀ ਹੈ ਮਾਲਕ ਦੀ ਸਮਝ ਆ ਜੂਗੀ। ਸਕਿੰਟਾਂ 'ਚ ਢਾਕਾ ਬੋਲ ਜਾਣਾ ਬੰਦੇ ਦਾ, ਕੋਈ ਪਤਾ ਨਹੀਂ ਲੱਗਦਾ। ਗੁਰਮੁਖੋ, ਜੇ ਆ ਸੰਸਾਰ ਨੂੰ ਸੱਚ ਮੰਨਦੇ ਆ ਨਾ, ਕੰਮ ਧੰਦੇ ਸਾਡਾ ਨਹੀਂ ਸਰਦਾ ਕਰੇ ਬਿਨਾਂ ਸੱਚ ਮੰਨਦੇ ਆ। ਸੱਚ ਇਹ ਵੀ ਹੈ ਇੱਕ, ਕਿ ਸਰੀਰ ਨੂੰ ਛੱਡਣਾ। ਆ ਨਾਮ ਬਾਣੀ ਦਾ ਖਜ਼ਾਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਹਮਣੇ ਨੇ, ਮਹਾਰਾਜ ਦੇ ਕੇ ਗਏ ਨੇ। ਆ ਬਾਣੀ ਦੇਣ ਪਿੱਛੇ, ਦਰਗਾਹ ਦੀ ਟਿਕਟ ਦੇਣ ਪਿੱਛੇ, ਕਲਯੁਗੀ ਜੀਵਾਂ ਦਾ ਉਧਾਰ ਕਰਨ ਪਿੱਛੇ, ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਨੇ ਆਪਣੀ ਜਿੰਦ ਦੇਣੀ ਮਨਜ਼ੂਰ ਕਰ ਲਈ। ਤੱਤੀ ਤਵੀ ਤੇ ਬਹਿਣਾ ਮਨਜ਼ੂਰ ਕਰ ਲਿਆ ਕਿ ਕਲਯੁਗੀ ਜੀਵਾਂ ਦਾ ਉਧਾਰ ਹੋਵੇ। ਪਰਉਪਕਾਰ ਕਰਨਾ ਐਵੇਂ ਸੌਖਾ ਨਹੀਂ ਆ। ਅਸੀਂ ਤਾਂ ਆਪਣੇ ਮਤਲਬ ਨੂੰ ਫਿਰਨੇ ਆ, ਪਰ ਗੁਰੂ ਸਾਹਿਬ ਜੀ ਆ ਇੰਨਾ ਵੱਡਾ ਖਜ਼ਾਨਾ ਸਾਨੂੰ ਦੇ ਗਏ। ਸੇਧ ਲੈਣੀ ਆ, ਇਹ ਦਰਗਾਹ ਦੀ ਟਿਕਟ ਆ, ਦਰਗਾਹ ਦਾ ਖਰਚਾ ਹੈ। ਮਨ ਜੋੜਨਾ ਪੈਣਾ। ਨਹੀਂ ਮਨਮੁਖ ਬਿਰਤੀ ਹੈ, ਸੋਚ ਕਲਯੁਗੀ ਰੱਖਾਂਗੇ ਨਾ ਜੀ, ਆ ਗੁਰੂ ਦੀ ਬਾਣੀ, ਬਾਣਾ, ਵਿਚਾਰਾਂ, ਕਥਾ ਕੁਛ ਸਮਝ ਨਹੀਂ ਆਉਣੀ, ਕਦਰ ਨਹੀਂ, ਕੁਛ ਪੱਲੇ ਨਹੀਂ ਪੈਣਾ। ਜਿਹਨੂੰ ਰੋਜ਼
ਨਤਮਸਤਕ ਹੁੰਨੇ ਆ, ਮੱਥਾ ਟੇਕਦੇ ਆ, ਸਾਰੀ ਕਾਇਨਾਤ ਦੁਨੀਆ ਮੱਥਾ ਟੇਕਦੀ ਆ, ਉਹ ਅਸਲ ਦੇ ਵਿੱਚ ਕਹਿੰਦਾ ਕੀ ਆ? ਆਪ ਵੀ ਤਾਂ ਪਤਾ ਹੋਵੇ। ਸਿਧਾਂਤ ਕੀ ਹੈ ਗੁਰਬਾਣੀ ਦਾ? ਸਿਧਾਂਤ ਅਪਣਾਈਏ, ਧਰਮੀ ਕਹਾਉਣ ਦੀ ਐਵੇਂ ਲੋੜ ਨਹੀਂ। ਧਰਮ ਦਿਖਾਉਣ ਦਾ ਵਿਸ਼ਾ ਨਹੀਂ ਹੈ ਜੀ, ਕਮਾਉਣ ਦਾ ਵਿਸ਼ਾ ਹੈ, ਅਪਣਾਉਣ ਦਾ ਵਿਸ਼ਾ ਹੈ ਧਰਮ ਜਿਹੜਾ। ਇਸ ਕਰਕੇ ਗੁਰਮੁਖੋ, ਆ ਬਾਣੀ ਦਰਗਾਹ ਦਾ ਖਰਚਾ ਹੈ। ਸੱਚਖੰਡ ਦੀਆਂ ਵਿਚਾਰਾਂ ਜਿਹੜੀਆਂ ਨੇ ਸੱਚ ਕਰਕੇ ਮੰਨੀਏ, ਉਹ ਤਾਂ ਹੋਏਗਾ ਜੇ ਮਨਮੁਖ ਬਿਰਤੀ ਸਾਡੀ ਖਤਮ ਆ। ਜੇ ਗੁਰਮੁਖਾਂ ਤਾਂ ਸਮਝ ਆਊ ਗੱਲ, ਜੇ ਮਨਮੁਖ ਹਾਂ ਤਾਂ ਸਮਝ ਨਹੀਂ ਆਉਣੀ, ਐਵੇਂ ਫਰੀ ਜਾਵਾਂਗੇ ਗੇੜੇ ਦਿੰਦੇ। ਫਿਰ ਮਨਮੁਖ ਜਿਹੜੇ ਨੇ ਆ ਭੌਜਲ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦੇ ਨੇ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਗੁਰੂ ਤੋਂ ਬਿਨਾਂ ਸੰਸਾਰ ਡੁੱਬਦਾ ਫਿਰਦਾ ਹੈ। ਬਾਣੀ ਨੂੰ ਸਹਾਰਾ ਬਣਾਈਏ ਭਾਈ, ਬਾਣੀ ਦਾ ਸਹਾਰਾ ਲਈਏ। ਗੁਰੂ ਸਾਹਿਬ ਜੀ ਸਾਨੂੰ ਪਾਰ ਲੰਘਾ ਰਹੇ ਨੇ ਆ ਬਾਣੀ ਦੇ ਬੇੜੇ ਦੁਆਰਾ। ਜਿਹੜਾ ਜਿਹੜਾ ਚੜ ਜਾਂਦਾ ਲੰਘ ਜਾਂਦਾ, ਨਹੀਂ ਫਿਰ ਜਿਹੜਾ ਨਹੀਂ ਚੜਿਆ ਤਾਂ ਡੁੱਬੂ ਪੱਕਾ ਹੀ ਆ। ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਸਹਾਰਾ ਬਣਾਈਏ। ਇਹ ਸ਼ਬਦ ਦੀ ਵਿਚਾਰ ਇੱਥੇ ਸਮਾਪਤ ਹੈ। ਅਗਲਾ ਜਿਹੜਾ ਸ਼ਬਦ ਆਰੰਭ ਹੋਣਾ ਅੱਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸ਼੍ਰੀ ਰਾਗ ਦੇ ਵਿੱਚ ਦੂਜੇ ਘਰ ਦੇ ਵਿੱਚ ਇਹ ਬਚਨ ਉਚਾਰਦੇ ਨੇ। ਘਰ ਨੇ, ਰਾਗਾਂ ਦੇ ਘਰ ਨੇ, ਹਜ਼ਾਰੀ ਘਰ ਨੇ। ਚਾਲ ਬਦਲਣੀ, ਘਰ ਬਦਲਣਾ ਰਾਗਾਂ ਦੇ। ਸੰਗੀਤ ਦਾ ਖੋਜੀ ਜਿਹੜਾ, ਉਹਨੂੰ ਸਮਝ ਆਉਣੀ ਹੈ ਗੱਲਾਂ ਦੀ। ਰਾਗ ਦੇ ਘਰ ਹੁੰਦੇ ਨੇ, ਜਿਵੇਂ ਆਪਣੇ ਨਗਰਾਂ ਦੇ ਵਿੱਚ ਵੱਖੋ ਵੱਖਰੇ ਘਰ ਨੇ ਲੋਕਾਂ ਦੇ, ਇਸੇ ਤਰ੍ਹਾਂ ਰਾਗਾਂ ਦੇ ਵੀ ਘਰ ਹੁੰਦੇ ਨੇ। ਕਿਸੇ ਘਰ ਵਿੱਚ ਕੋਈ ਸ਼ਬਦ ਗਾਇਆ ਜਾਂਦਾ ਹੈ, ਕਿਸੇ ਰਾਗ ਦੇ ਵਿੱਚ ਕਿਵੇਂ ਗਾਇਆ ਜਾਂਦਾ ਹੈ। ਏਦਾਂ ਚਾਲਾਂ ਉਹਦੀਆਂ ਦਾ ਤਰਜ਼ਾਂ ਜਿਹੜੀਆਂ ਨੇ, ਤੁਕਾਂ ਜਿਹੜੀਆਂ ਨੇ ਚੇਂਜ ਹੁੰਦੀਆਂ ਨੇ, ਤਰਜ਼ਾਂ ਧੁਨੀਆਂ ਬਦਲਦੀਆਂ ਨੇ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਜਿਸ ਵਕਤ ਮੱਕੇ ਗਏ ਤਾਂ ਮੱਕੇ ਜਾਣ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਪਾਤਸ਼ਾਹ ਜੀ ਨੂੰ ਆਖਣ ਲੱਗੇ ਕਿ ਮਹਾਰਾਜ ਜੀ, ਮੈਂ ਆਪ ਜੀ ਦੀ ਕਿਰਪਾ ਸਦਕਾ ਮੱਕਾ ਵੇਖ ਲਿਆ, ਹੁਣ ਆਪ ਜੀ ਮੈਨੂੰ ਮਦੀਨਾ ਵੀ ਵਿਖਾ ਕੇ ਲਿਆਓ। ਮਦੀਨਾ ਵੀ ਦਿਖਾਉਣਾ ਕਰੋ, ਜਿੱਥੇ ਮੁਹੰਮਦ ਸਾਹਿਬ ਦੀ ਕਬਰ ਮੌਜੂਦ ਹੈ। ਮੁਸਲਮਾਨ ਉੱਥੇ ਇਹ ਗੀਤ ਗਾਉਂਦੇ ਆ ਕਿ ਮੌਲਾ ਮੈਨੂੰ ਮਦੀਨੇ ਵਿੱਚ ਬੁਲਾ ਲੈ। ਗੁਰੂ ਸਾਹਿਬ ਜੀ ਆਖਣ ਲੱਗੇ, ਮਰਦਾਨਿਆਂ, ਮਦੀਨਾ ਇੱਥੋਂ 240 ਮੀਲ ਦੂਰ ਹੈ। ਅੱਜ ਦੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਮੱਕੇ ਤੋਂ ਮਦੀਨਾ ਵਾਇਆ ਕੁਲਾਇਸ ਥੁਬਾਲ ਕਹੀਏ 440 ਕਿਲੋਮੀਟਰ ਅੱਜ ਦੀ ਵਾਟ ਦੇ ਹਿਸਾਬ ਦੇ ਨਾਲ। ਜੇਕਰ ਕਹਿੰਦੇ ਇੱਕ ਦਿਨ ਦੇ ਵਿੱਚ 20 ਕੋ ਤੁਰੀਏ ਤਾਂ 12 ਦਿਨਾਂ ਦਾ ਰਸਤਾ ਹੈ। ਉਸ ਵਕਤ ਮਰਦਾਨਾ ਕਹਿਣ ਲੱਗਾ ਕਿ ਆਪ ਜੀ ਨੇ ਮੈਨੂੰ ਇੱਕ ਸ਼ਬਦ ਪੜ੍ਹਾ ਕੇ ਹਜ਼ਾਰਾਂ ਮੀਲ ਮੱਕੇ ਵਿੱਚ ਲਿਆਂਦਾ ਹੈ, ਹੁਣ ਕੀ ਔਖਾ ਹੈ? ਆਪ ਜੀ ਕਿਰਪਾ ਕਰਕੇ ਮੈਨੂੰ ਜ਼ਰੂਰ ਮਦੀਨੇ ਵਿੱਚ ਲੈ ਕੇ ਚੱਲੋ। ਸਤਿਗੁਰੂ ਮਹਾਰਾਜ ਤੁਰ ਕੇ ਗਏ ਅਤੇ ਕਹਿੰਦੇ 12 ਦਿਨਾਂ ਵਿੱਚ ਉੱਥੇ ਪਹੁੰਚੇ। ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਮਦੀਨੇ ਪਹੁੰਚੇ ਤਾਂ ਉੱਥੇ ਦੇ ਕਾਜੀ ਮੁਲਾਣੇ ਕਬਰ ਦੀ ਸੇਵਾ ਸੰਭਾਲ ਕਰ ਰਹੇ ਸਨ। ਗੁਰੂ ਸਾਹਿਬ ਜੀ ਖੜਾਵਾਂ ਸਮੇਤ ਹੀ ਅੰਦਰ ਚਲੇ ਗਏ। ਕਹਿੰਦੇ ਜੋ ਉੱਥੇ ਕਾਜੀ ਮੁਲਾਣੇ ਆਦਿ ਬੈਠੇ ਸਨ, ਉਹ ਐਸਾ ਵੇਖ ਕੇ ਕਹਿਣ ਲੱਗੇ ਕਿ ਮੁਹੰਮਦ ਸਾਹਿਬ ਦੀ ਕਬਰ ਦਾ ਆਦਰ ਸਤਿਕਾਰ ਨਹੀਂ ਕਰਦੇ ਤੁਸੀਂ। ਕਿਉਂ? ਜਦੋਂ ਉਹ
ਮਹਾਰਾਜ ਜੀ ਨੂੰ ਰੋਕਣ ਲੱਗੇ ਤਾਂ ਮੁਹੰਮਦ ਸਾਹਿਬ ਦੀ ਕਬਰ ਆਪਣੀ ਜਗ੍ਹਾ ਤੋਂ ਉੱਠ ਕੇ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਉੱਤੇ ਝੁਕ ਗਈ। ਝੁਕਣ ਤੋਂ ਬਾਅਦ ਫਿਰ ਆਪਣੀ ਥਾਂ ਤੇ ਟਿਕ ਗਈ। ਸਾਰੇ ਵੇਖ ਕੇ ਹੈਰਾਨ ਹੋ ਗਏ ਕਿ ਪਹਿਲਾਂ ਐਸਾ ਸੁਣਿਆ ਸੀ ਕਿ ਗੁਰੂ ਜੀ ਨੇ ਮੱਕਾ ਆਪਣੇ ਚਰਨਾਂ ਨਾਲ ਫੇਰਨਾ ਕੀਤਾ ਅਤੇ ਹੁਣ ਪ੍ਰਤੱਖ ਹੀ ਵੇਖ ਲਿਆ ਕਿ ਮੁਹੰਮਦ ਸਾਹਿਬ ਜੀ ਦੀ ਕਬਰ ਹਜੂਰ ਦੇ ਚਰਨਾਂ ਉੱਤੇ ਝੁਕ ਗਈ, ਤਾਂ ਉਹਨਾਂ ਦੇ ਅੱਗੇ ਅਸੀਂ ਕਿਉਂ ਨਾ ਝੁਕਣਾ ਕਰੀਏ। ਸਭ ਨੇ ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸਿਰ ਝੁਕਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਇਹ ਮੁਹੰਮਦ ਸਾਹਿਬ ਦਾ ਮੁਕਾਮ ਹੈ, ਆਪ ਜੀ ਨੂੰ ਅਦਬ ਦੇ ਨਾਲ ਆਉਣਾ ਚਾਹੀਦਾ ਸੀ। ਆਪ ਜੀ ਖੜਾਵਾਂ ਪਾ ਕੇ ਆਏ, ਮੁਹੰਮਦ ਸਾਹਿਬ ਜੀ ਦੀ ਕਬਰ ਆਪ ਜੀ ਦੇ ਅੱਗੇ ਝੁਕ ਗਈ। ਇਸਲਾਮ ਵਿੱਚ 1,24,000 ਪੈਗੰਬਰ ਹੋਏ ਨੇ, 1000 ਖਲੀਫਾ ਹੋਇਆ, ਉਹਨਾਂ ਵਿੱਚ ਮੁਹੰਮਦ ਸਾਹਿਬ ਜੀ ਅਖੀਰੀ ਪੈਗੰਬਰ ਹੋਏ ਨੇ। ਜੇਕਰ ਕਹਿੰਦੇ ਉਹ ਤੁਹਾਡੇ ਅੱਗੇ ਝੁਕ ਗਏ ਤਾਂ ਅਸੀਂ ਵੀ ਤੁਹਾਡੀ ਸ਼ਰਨਾਗਤ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਇਹ ਸਾਰਾ ਪ੍ਰਸੰਗ ਜਿਹੜਾ ਗੁਰਸਿੱਖ ਪਿਆਰਿਓ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਆਉਂਦਾ ਹੈ। ਉਸ ਵੇਲੇ ਗੁਰੂ ਸਾਹਿਬ ਜੀ ਮਦੀਨੇ ਵਿੱਚ 17ਵੀਂ ਅਸ਼ਟਪਦੀ ਉਚਾਰ ਕੇ ਉਪਦੇਸ਼ ਕਰਦੇ ਨੇ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਘਰ ਦੂਜੇ ਦੇ ਵਿੱਚ ਇਸ ਸੁਰਤਾਲ ਦੇ ਵਿੱਚ ਉਚਾਰਨ ਕਰਦੇ ਨੇ ਬਚਨ, ਜਿਹੜਾ ਇਹ ਸ਼ਬਦ ਜਿਹੜਾ ਅੱਜ ਆਰੰਭ ਹੋਣਾ। ਕੀ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਜਦੋਂ ਮਹਾਰਾਜ ਮਦੀਨੇ ਪਹੁੰਚੇ ਆ, ਇਹ ਵਿਚਾਰ ਆਪਾਂ ਅੱਗੇ ਵਿਚਾਰਾਂਗੇ। ਸੋ ਯਤਨ ਕਰੀਏ ਗੁਰਸਿੱਖ ਪਿਆਰਿਓ, ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਗੁਰਬਾਣੀ ਅਨੁਸਾਰ ਜੀਵਨ ਜਿਉਈਏ, ਤਾਂ ਜੋ ਜਿਉਣ ਦਾ ਤਰੀਕਾ ਸਲੀਕਾ ਸਾਨੂੰ ਪਤਾ ਲੱਗੇ। ਸੋਚ ਕਲਯੁਗੀ ਭਾਵ ਜੇ ਧਰਮ ਤੋਂ ਦੂਰ ਆ ਨਾ ਜੀ, ਬਾਣੀ ਤੋਂ ਦੂਰ ਆ, ਕੋਈ ਵੀ ਧਰਮ, ਕੋਈ ਧਰਮ ਐਸਾ ਨਹੀਂ ਜਿਹੜਾ ਕਹਿੰਦਾ ਹੋਵੇ ਕਿ ਜੀਵ ਹਿੰਸਾ ਕਰ, ਬੰਦਿਆਂ ਦੇ ਗਲ ਵੱਢੀਏ, ਬੰਦਿਆਂ ਨੂੰ ਮਾਰੀਏ, ਕਿਸੇ ਦਾ ਮਾੜਾ ਕਰ। ਕੋਈ ਧਰਮ ਨਹੀਂ ਹੈ ਜਿਹੜਾ ਐਸਾ ਕਹਿੰਦਾ ਹੋਵੇ। ਇਹ ਨਿਯਮ ਨੇ, ਅਸੂਲ ਨੇ, ਇਹ ਨਿਯਮ ਨੇ ਬਣਾਏ ਹੋਏ ਧਰਮਾਂ ਦੇ। ਸਭ ਦਾ ਸਤਿਕਾਰ ਕਰਨਾ, ਸਭ ਦੇ ਨਾਲ ਪ੍ਰੇਮ ਦੇ ਨਾਲ ਰਹਿਣਾ, ਸਭ ਇੱਕੋ ਜਿਹੇ ਨੇ। ਜਿਹੜਾ ਧਰਮ ਦੇ ਨਾਲ ਜੁੜਿਆ ਨਾ ਜੀ, ਉਹ ਮਾੜਾ ਰਾਹ ਨਹੀਂ ਅਪਣਾਊਗਾ ਜਿਹੜਾ ਜੁੜਿਆ ਹੋਇਆ। ਆ ਹੁਣ ਕੱਲ ਵੇਖੀ ਆ ਸੁਭਦੀਪ ਸਿੰਘ ਸਿੱਧੂ, ਜਿਹਨੂੰ ਸਿੱਧੂ ਮੂਸੇ ਵਾਲਾ ਕਹਿੰਦੇ ਨੇ, ਮਾਰ ਦਿੱਤਾ ਨਾ। ਭਾਵ ਅਗਰ ਧਰਮ ਨਾਲ ਬੰਦਾ ਜੁੜਿਆ, ਐਸਾ ਨਹੀਂ ਹੁੰਦਾ। ਕੱਲਾ ਕੱਲਾ ਪੁੱਤ ਸੀ ਮਾਪਿਆਂ ਦਾ, ਇੰਨਾ ਵੱਡਾ ਮਹਿਲ, ਇੰਨਾ ਵੱਡਾ ਕਾਰੋਬਾਰ, ਰਹਿ ਗਿਆ ਇੱਥੇ ਛੱਡ ਗਿਆ, ਮਾਰ ਦਿੱਤਾ ਦਿਨ ਦਿਹਾੜੇ ਗੋਲੀਆਂ ਮਾਰ ਕੇ। ਭਾਵ ਕਿ ਧਰਮ ਤੋਂ ਦੂਰ ਆ ਬੰਦਾ। ਜਿਹੜਾ ਧਰਮ ਦੇ ਵਿੱਚ ਹੈ ਉਹ ਤਰਸ ਕਰੂ, ਕਿਉਂਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਧਰਮੀ ਉਹੀ ਆ ਜਿਹੜਾ ਜੀਵਾਂ ਤੇ ਤਰਸ ਕਰਦਾ, ਦਇਆ ਕਰਦਾ। ਇਹ ਨਹੀਂ ਵੀ ਆਪਾਂ ਹਮੇਤੀਆਂ ਉਹਦੇ ਗੱਲ ਵੀ ਮਾਰਨ ਦੀ ਹੈ। ਇੱਕ ਰੱਬ ਦੀ ਰਜ਼ਾ ਕਹਿੰਦੇ ਆਪਾਂ, ਇੱਕ ਬੰਦਾ ਖੁਦ ਸੇੜਦਾ ਮਾੜੇ ਚੰਗੇ ਕਰਮ ਜਿਹੜੇ ਨੇ, ਮਾੜੀਆਂ ਬਿਰਤੀਆਂ। ਯਤਨ ਕਰੀਏ, ਸੋਚ ਚੰਗੀ ਰੱਖੀਏ ਆਪਣੀ। ਬਾਕੀ ਹਰੇਕ ਬੰਦਾ ਆਪੋ ਆਪਣੇ ਕਰਮ ਭੋਗ ਰਿਹਾ, ਕਿਸੇ ਨਾਲ ਕੁਛ ਹੋ ਰਿਹਾ, ਕਿਸੇ ਨਾਲ ਕੁਛ ਹੋ ਰਿਹਾ। ਇਸ ਕਰਕੇ ਕਈ ਕਰਮ ਐਸੇ ਨੇ ਨਾਲ ਦੀ ਨਾਲ ਮਿਲਦੇ ਨੇ, ਕਈ ਕਰਮ ਲੰਬੇ ਪੈ ਕੇ ਮਿਲਦੇ ਨੇ। ਯਤਨ ਕਰੀਏ, ਆਪਣੀ ਸੋਚ ਨੂੰ ਸਤਿਯੁਗੀ ਬਣਾਈਏ, ਸ਼ੁਭ ਵਿਚਾਰ ਰੱਖੀਏ, ਨਹੀਂ ਫਿਰ ਮਾੜਾ ਨਤੀਜਾ ਤਾਂ ਨਿਕਲੂਗਾ। ਧਰਮੀ ਬਣਾਂਗੇ, ਤਰਸ ਰੱਖਾਂਗੇ। ਸਾਡੇ ਧਰਮ ਦੇ ਵਿੱਚ ਵੀ ਪਹਿਲਾਂ ਦਇਆ ਸਿੰਘ ਆਇਆ। ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ, ਦਇਆ ਸਿੰਘ ਉੱਠਿਆ। ਮਹਾਰਾਜ ਆਖਣ ਲੱਗੇ, ਜਿਹੜਾ ਭਾਈ ਅੱਜ ਮੈਂ ਕੰਮ ਕਰਨ ਲੱਗਿਆ, ਜਿਹੜੀ ਚੀਜ਼ ਤਿਆਰ ਕਰਨ ਲੱਗਿਆ, ਉਹ ਦਇਆ ਦੇ ਵਿੱਚੋਂ ਹੀ ਪੈਦਾ ਹੋਣੀ ਆ। ਉਹ ਸਿੱਖ ਕਾਹਦਾ ਜਿਹੜਾ ਤਰਸ ਨਹੀਂ ਕਰਦਾ, ਜਿਹੜਾ ਦਇਆ ਨਹੀਂ ਕਰਦਾ। ਤਰਸ ਜ਼ਰੂਰੀ ਹੈ। ਦਇਆ ਭਾਵ ਕੇ ਧੌਲ ਧਰਮ ਦਇਆ ਕਾ ਪੂਤ, ਆ ਜ਼ਰੂਰੀ ਆ। ਆਓ ਜੀ, ਭੁੱਲਾਂ ਤੋਂ ਖਿਮਾ ਰਹਿੰਦੀਆਂ ਵਿਚਾਰਾਂ ਜਿਹੜੀਆਂ ਨੇ ਅੱਗੇ ਵਿਚਾਰਾਂਗੇ ਆਪਾਂ।
ਮਾਲ ਕਿਰਪਾ ਕਰੇ, ਸਭ ਦੀਆਂ ਬੇਨਤੀਆਂ ਪ੍ਰਵਾਨ ਕਰੇ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ, ਕਰਮੀ ਆਪੋ ਆਪਣੀ ਕੇ ਨੇੜੇ। ਜਿਨੀ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।